ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਸਾਰੀਆਂ ਇੰਪੋਰਟੈਂਟ ਆਰਗੇਨਾਈਜੇਸ਼ਨਸ ਜਿਹੜੀਆਂ ਤੁਹਾਨੂੰ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੀਆਂ ਜਾਂਦੀਆਂ ਉਹ ਕਵਰ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ। ਜੇਕਰ ਤੁਸੀਂ ਆਪਣੀ ਤਿਆਰੀ ਸਬਜੈਕਟ ਵਾਈਜ਼ ਕਰਨਾ ਚਾਹੁੰਦੇ ਹੋ, ਜਿਨ੍ਹਾਂ ਦੇ ਵਿੱਚ ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ ਪੰਜਾਬ ਜੀਕੇ, ਤਾਂ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ। ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ ਇੱਕ CDP ਦੀ ਸਪੈਸ਼ਲ ਸੀਰੀਜ਼ ਚੱਲ ਰਹੀ ਹੈ ਜੋ ਕਿ PS ਟੈਟ, C ਟੈਟ, H ਟੈਟ, KVS ਦੇ ਜਿੰਨੇ ਵੀ ਐਗਜ਼ਾਮ ਨੇ ਜਿਨ੍ਹਾਂ ਦੇ ਵਿੱਚ CDP ਬਾਰੇ ਪੁੱਛਿਆ ਜਾਂਦਾ ਉਹ ਸਭ ਲਈ ਬਹੁਤ ਇੰਪੋਰਟੈਂਟ ਹੈ। ਤਾਂ ਉਹ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਪਲੇਲਿਸਟ ਦੇ ਵਿੱਚ ਅਵੇਲੇਬਲ ਨੇ। ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ। ਤਾਂ ਅੱਜ ਦਾ ਜੋ ਆਪਣਾ ਸੈਸ਼ਨ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਹ ਜਿਹੜਾ ਆਪਣਾ ਸੈਸ਼ਨ ਹੈ ਇਹ ਪੰਜਾਬ ਲੈਵਲ ਦੇ ਪੇਪਰ, ਇੰਡੀਆ ਲੈਵਲ ਦੇ ਪੇਪਰ, ਸਾਰੇ ਮਤਲਬ ਜਿੰਨੇ ਵੀ ਗਵਰਨਮੈਂਟ ਦੇ ਪੇਪਰ ਆਪਣੇ ਹੁੰਦੇ ਆ ਉਹ ਸਭ ਲਈ ਇਹ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ। ਅਤੇ PS ਟੈਟ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਰਿਲੇਟਡ ਕੁਐਸਚਨ ਆਉਂਦੇ ਨੇ। ਠੀਕ ਹੈ, ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ। ਤਾਂ ਸਟਾਰਟ ਕਰਦੇ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, WHO ਦਾ ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ WHO ਵੀ ਕਹਿੰਦੇ ਹਾਂ ਅਤੇ ਇਹਦੀ ਫੁੱਲ ਫਾਰਮ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਪਾਂ ਨੂੰ ਮੁੱਖ ਦਫ਼ਤਰ ਪੁੱਛ ਲੈਂਦੇ ਨੇ, ਬਹੁਤ ਵਾਰੀ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਠੀਕ ਹੈ ਜੀ। ਅਤੇ ਇਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਇਹਨਾਂ ਦੇ ਹੈੱਡਕੁਆਟਰ ਅਤੇ ਇਸਟੈਬਲਿਸ਼ ਈਅਰ ਕਦੋਂ ਇਹਨਾਂ ਦੀ ਸਥਾਪਨਾ ਹੋਈ ਉਹ ਵੀ ਮੈਂ ਤੁਹਾਨੂੰ ਨਾਲ ਕਵਰ ਕਰਵਾਉਂਦੇ ਜਾਣਾ। ਠੀਕ ਹੈ ਜੀ। ਅਤੇ ਜਿੰਨੇ ਵੀ ਇੰਪੋਰਟੈਂਟ ਨੇ ਉਹ ਮੈਂ ਤੁਹਾਨੂੰ ਇਹਦੇ ਵਿੱਚ ਕਵਰ ਕਰਵਾ ਦੇਣੇ ਆ। ਅਤੇ 3-4 ਕੁਐਸਚਨ ਆਪਾਂ ਇਹਦੇ ਵਿੱਚ ਉਹ ਵੀ ਰੱਖੇ ਨੇ ਜਿਹੜੇ ਤੁਹਾਡਾ ਰੈਵੋਲੂਸ਼ਨ ਆਉਂਦਾ ਹੈਗਾ ਕਿ ਰਾਊਂਡ ਰੈਵੋਲੂਸ਼ਨ ਕਾਹਦੇ ਨਾਲ ਸੰਬੰਧਿਤ ਹੈ, ਵਾਈਟ ਰੈਵੋਲੂਸ਼ਨ। ਠੀਕ ਹੈ, ਉਹ ਵੀ ਆਪਾਂ ਇਹਦੇ ਵਿੱਚ ਕਵਰ ਕੀਤੇ ਨੇ। ਤਾਂ ਐਂਡ ਤੱਕ ਬਣੇ ਰਹਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪੇਪਰ ਦੇ ਵਿੱਚ। ਤਾਂ ਜਿਹੜਾ WHO ਦਾ ਮੁੱਖ ਦਫ਼ਤਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਵਰਲਡ ਹੈਲਥ ਆਰਗੇਨਾਈਜੇਸ਼ਨ ਬਹੁਤ ਇੰਪੋਰਟੈਂਟ ਸੰਸਥਾ ਇਹ ਆਪਣੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਜਨੇਵਾ ਦੇ ਵਿੱਚ ਹੈ। ਠੀਕ ਹੈ ਜੀ। ਜਨੇਵਾ ਕਿੱਥੇ ਹੈ? ਸਵਿਟਜ਼ਰਲੈਂਡ ਦੇ ਵਿੱਚ ਹੈ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਇਸਟੈਬਲਿਸ਼ ਈਅਰ ਹੈ, ਸਥਾਪਨਾ ਇਹਦੀ ਹੋਈ ਹੈ, ਉਹ ਹੋਈ ਹੈ 1948 ਦੇ ਵਿੱਚ। ਠੀਕ ਹੈ, ਤੁਸੀਂ ਐਵੇਂ ਯਾਦ ਰੱਖ ਲਿਓ ਕਿ 1947 'ਚ ਆਪਣਾ ਦੇਸ਼ ਆਜ਼ਾਦ ਹੋਇਆ, ਉਹ ਤੋਂ ਅਗਲੇ ਸਾਲ ਹੀ ਇਹਦੀ ਸਥਾਪਨਾ ਕਰ ਦਿੱਤੀ ਗਈ ਸੀ WHO ਦੀ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ। ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ, ਤਾਂ ਸਵਿਟਜ਼ਰਲੈਂਡ, ਜਨੇਵਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਅਤੇ ਇਸਟੈਬਲਿਸ਼ ਈਅਰ ਇਹਦਾ ਜ਼ਰੂਰ ਯਾਦ ਰੱਖਿਓ, ਕਿਉਂਕਿ ਕਈ ਵਾਰੀ ਇਕੱਲਾ ਇਸਟੈਬਲਿਸ਼ ਈਅਰ ਵੀ ਪੁੱਛ ਲੈਂਦੇ ਨੇ, ਡਾਇਰੈਕਟ ਪੁੱਛ ਲੈਂਦੇ ਨੇ। ਠੀਕ ਹੈ ਜੀ। ਤਾਂ ਇਹ ਤੁਸੀਂ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਯਾਦ ਕਰ ਲਿਓ। ਇਹ ਵੀਡੀਓ ਨੂੰ 2-3 ਵਾਰੀ ਰਿਵਾਈਜ਼ ਕਰ ਲਿਓ, ਕਿਉਂਕਿ ਇੱਕ ਕੁਐਸਚਨ ਤਾਂ ਇਹਦੇ 'ਚੋਂ 1-2 ਕੁਐਸਚਨ ਤਾਂ ਪੱਕਾ ਹੀ ਆਉਣਗੇ ਇਹਦੇ ਵਿੱਚੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, FAO ਦਾ ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। FAO ਬਹੁਤ ਇੰਪੋਰਟੈਂਟ ਸੰਸਥਾ ਹੈ ਆਪਣੀ, ਇਹਦੇ ਬਾਰੇ ਬਹੁਤ ਪੁੱਛਿਆ ਜਾਂਦਾ। ਠੀਕ ਹੈ ਜੀ। ਇਹ ਮੈਂ ਜਿਹੜੇ ਤੁਹਾਡੇ ਸਪੈਸ਼ਲ ਮੈਂ ਸੈਸ਼ਨ ਲੈ ਕੇ ਆਉਣਾ। ਠੀਕ ਹੈ, ਇਹ ਮੈਂ ਪੂਰਾ ਪੇਪਰ ਪਿਛਲੇ ਜਿੰਨੇ ਵੀ ਹੋਏ ਨੇ ਉਹਨਾਂ ਦਾ ਐਨਾਲਿਸਿਸ ਕਰਕੇ ਉੱਥੋਂ ਮੈਂ ਇਹ ਸਪੈਸ਼ਲ ਸੈਸ਼ਨ ਬਣਾਉਣਾ। ਠੀਕ ਹੈ ਜੀ। ਜਿੱਥੋਂ ਇੱਕ 2 ਕੁਐਸਚਨ ਵੀ ਪੁੱਛੇ ਜਾਂਦੇ ਨੇ, ਜ਼ਿਆਦਾ ਵੀ ਆ ਸਕਦੇ ਨੇ ਵੇਟੇਜ। ਠੀਕ ਹੈ, ਉਹ ਪੇਪਰ ਜਿਹੜਾ ਸੈੱਟ ਕਰਦਾ ਉਹਦੇ ਮਤਲਬ ਮਾਈਂਡ ਦੇ ਅਕੋਰਡਿੰਗ ਹੈ। ਵੱਧ ਕੁਐਸਚਨ ਵੀ ਪਾ ਸਕਦਾ, 1 ਤੋਂ ਜ਼ਿਆਦਾ ਵੀ ਪੁੱਛ ਲਏ ਜਾਂਦੇ ਨੇ, 4 ਕੁਐਸਚਨ ਵੀ ਪੁੱਛ ਲਏ ਜਾਂਦੇ ਨੇ, 5 ਵੀ ਪਾ ਸਕਦਾ ਉਹ। ਠੀਕ ਹੈ, ਇਹ ਕੋਈ ਜ਼ਰੂਰੀ ਨਹੀਂ ਕਿ ਉਹ ਇਹਦੇ 'ਚੋਂ 1 ਕੁਐਸਚਨ ਹੀ ਪਾਊਗਾ, ਬਟ ਇਹ ਹੈ ਕਿ ਇਹਦੇ ਵਿੱਚੋਂ ਪੁੱਛਿਆ ਜ਼ਰੂਰ ਜਾਂਦਾ। ਠੀਕ ਹੈ ਜੀ। ਤਾਂ ਮੈਂ ਉਹੀ ਸਬਜੈਕਟ ਤੁਹਾਡੇ ਅੱਗੇ, ਉਹੀ ਜਿਹੜੇ ਟੌਪਿਕ ਨੇ ਤੁਹਾਡੇ ਅੱਗੇ ਲੈ ਕੇ ਆਉਣਾ ਜਿਹੜੇ ਤੁਹਾਡੇ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ। ਤਾਂ ਇਹ ਟੌਪਿਕ ਨੂੰ ਐਂਡ ਤੱਕ ਅਟੈਂਡ ਕਰਿਓ। ਠੀਕ ਹੈ, ਅੱਗੇ ਵੀ ਟੌਪਿਕ ਰੈਡੀ ਪਏ ਨੇ ਜਿਹੜੇ ਆਪਾਂ ਅੱਗੇ ਰੋਜ਼ ਹੁਣ ਅਪਲੋਡ ਕਰਦੇ ਜਾਵਾਂਗੇ। ਠੀਕ ਹੈ, ਤਾਂ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਇਹਦਾ ਤੁਹਾਨੂੰ ਬਹੁਤ ਫਾਇਦਾ ਹੋਊਗਾ। ਠੀਕ ਹੈ, ਜਿਵੇਂ ਕਿ ਕਲਾਸੀਕਲ ਡਾਂਸ ਵਗੈਰਾ ਹੋ ਗਏ, ਉਹ ਸਾਰੇ ਮੇਰੇ ਕੋਲ ਟੌਪਿਕ ਰੈਡੀ ਪਏ ਨੇ, ਉਹ ਆਪਾਂ ਸਾਰੇ ਅਪਲੋਡ ਕਰਨੇ ਨੇ। ਠੀਕ ਹੈ, ਚੈਨਲ 'ਤੇ ਬਣੇ ਰਹੋ। ਤਾਂ ਆਉਣ ਵਾਲੇ ਸਾਰੇ ਪੇਪਰਾਂ ਦੇ ਲਈ ਆਪਣੇ ਕੋਲ ਸਾਰਾ ਮਟੀਰੀਅਲ ਅਵੇਲੇਬਲ ਹੈ। ਤਾਂ FAO ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਕਿੱਥੇ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਇਟਲੀ ਦੇ ਵਿੱਚ ਹੈ। ਠੀਕ ਹੈ ਜੀ। FAO ਆਪਣੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਇਹਦੀ ਫੁੱਲ ਫਾਰਮ ਵੀ ਯਾਦ ਰੱਖਿਓ। ਠੀਕ ਹੈ ਜੀ। ਤਾਂ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਕਿੱਥੇ ਹੈ? ਰੋਮ ਦੇ ਵਿੱਚ ਹੈ, ਇਟਲੀ ਦੇ ਵਿੱਚ। ਅਤੇ ਇਹਦਾ ਇਸਟੈਬਲਿਸ਼ ਈਅਰ ਕਿਹੜਾ? 1945। ਇਹ ਆਪਣੀ ਆਜ਼ਾਦੀ ਤੋਂ 2 ਸਾਲ ਪਹਿਲਾਂ। ਠੀਕ ਹੈ, WHO 1 ਸਾਲ ਬਾਅਦ, ਜਦੋਂ 1947 'ਚ ਦੇਸ਼ ਆਜ਼ਾਦ ਹੋਇਆ ਸੀ ਆਪਣਾ, ਅਤੇ
1948 ਦੇ ਵਿੱਚ ਆਪਣੀ WHO ਬਣ ਗਈ ਸੀ। ਉਹਦਾ ਦਫ਼ਤਰ ਕਿੱਥੇ ਹੈਗਾ, ਇਹਦਾ ਜ਼ਰੂਰ ਯਾਦ ਰੱਖਿਓ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ, ਠੀਕ ਹੈ। ਅਤੇ FAO ਦਾ ਕਿੱਥੇ ਹੈ, ਰੋਮ ਇਟਲੀ ਦੇ ਵਿੱਚ। ਅਤੇ 1945 ਇਹਦਾ ਇਸਟੈਬਲਿਸ਼ ਈਅਰ ਹੈ, ਠੀਕ ਹੈ ਜੀ। 1945 ਦੇ ਵਿੱਚ ਇਹ ਇਸਟੈਬਲਿਸ਼ ਹੋਈ ਸੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, WTO ਦਾ ਮੁੱਖ ਦਫ਼ਤਰ ਕਿੱਥੇ ਹੈ। ਵੇਅਰ ਇਜ਼ ਦੀ ਹੈੱਡਕੁਆਟਰ ਆਫ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਠੀਕ ਹੈ। ਜਨੇਵਾ, ਨਿਊਯਾਰਕ, ਪੈਰਿਸ ਜਾਂ ਇਟਲੀ। ਵੈਸੇ ਤਾਂ ਇਹ ਆਰਗੇਨਾਈਜੇਸ਼ਨ ਇਹਨਾਂ ਦਾ ਕੋਈ ਐਂਡ ਨਹੀਂ, ਬਹੁਤ ਜ਼ਿਆਦਾ ਆਰਗੇਨਾਈਜੇਸ਼ਨ ਨੇ, ਠੀਕ ਹੈ। ਬਟ ਆਪਾਂ ਸਾਰੀਆਂ ਨਹੀਂ ਕਰਨੀਆਂ ਹੁੰਦੀਆਂ, ਜਿੱਥੋਂ ਆਪਾਂ ਨੂੰ ਕੁਐਸਚਨ ਆਉਣ ਦੀ ਸੰਭਾਵਨਾ ਹੈ ਸਿਰਫ ਉਹ ਮੈਂ ਤੁਹਾਨੂੰ ਕਵਰ ਕਰਵਾਉਣੀ ਹੈ, ਠੀਕ ਹੈ ਜੀ। ਤਾਂ ਤੁਸੀਂ ਜਿੰਨੇ ਵੀ ਆਪਣੇ ਸੈਸ਼ਨ ਅਟੈਂਡ ਕਰਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਇੱਕ ਇੱਕ ਕੁਐਸਚਨ, ਠੀਕ ਹੈ ਜੀ। ਕਿ ਮੈਂ ਕੋਈ ਵੀ ਫਾਲਤੂ ਕੁਐਸਚਨ ਤੁਹਾਡੇ ਅੱਗੇ ਨਹੀਂ ਰੱਖਦਾ ਜਿਹੜਾ ਤੁਹਾਡਾ ਟਾਈਮ ਵੇਸਟ ਕਰਵਾਵੇ, ਠੀਕ ਹੈ। ਕਿਉਂਕਿ ਟਾਈਮ ਦੀ ਕਦਰ ਕਰਿਆ ਕਰੋ, ਟਾਈਮ ਸਭ ਲਈ ਬਹੁਤ ਜ਼ਰੂਰੀ ਹੈ ਅਤੇ ਟਾਈਮ ਆਪਣੇ ਕੋਲ ਆਲਰੇਡੀ ਬਹੁਤ ਘੱਟ ਹੈ। ਅਤੇ ਆਪਾਂ ਤਿਆਰੀ ਵੀ ਉਦੋਂ ਸਟਾਰਟ ਕਰਦੇ ਹਾਂ ਜਦੋਂ ਪੇਪਰ ਬਹੁਤ ਨੇੜੇ ਆ ਜਾਂਦਾ ਆਪਣੇ। ਤਾਂ ਤਿਆਰੀ ਆਪਣੀ ਪਹਿਲਾਂ ਤੋਂ ਰੱਖਿਆ ਕਰੋ, ਤਿਆਰੀ ਆਪਣੀ 6 ਮਹੀਨੇ ਪਹਿਲਾਂ ਆਪਣੀ ਤਿਆਰੀ ਵਧੀਆ ਹੋਣੀ ਚਾਹੀਦੀ ਹੈ। ਪੇਪਰ ਦੇ ਨੇੜੇ ਤਾਂ ਆਪਾਂ ਆ ਕੇ ਬਸ ਰਿਵੀਜ਼ਨ ਕਰਨੀ ਹੋਵੇ, ਠੀਕ ਹੈ ਜੀ। ਤਾਂ ਸਾਰੇ ਟੌਪਿਕ ਜਿੰਨੇ ਤੁਹਾਡੇ ਪੇਪਰ ਲਈ ਇੰਪੋਰਟੈਂਟ ਨੇ, ਨੈਸ਼ਨਲ ਪਾਰਕ ਵਗੈਰਾ ਸਾਰੇ ਮੇਰੇ ਕੋਲ ਰੈਡੀ ਪਏ ਨੇ। ਉਹ ਆਪਾਂ ਬੈਕ ਟੂ ਬੈਕ ਤੁਹਾਡੇ ਪੇਪਰ ਤੋਂ ਪਹਿਲਾਂ, ਟੈਟ ਦੇ ਪੇਪਰ ਤੋਂ ਪਹਿਲਾਂ ਵੀ ਆਪਾਂ ਅਪਲੋਡ ਕਰ ਦਾਂਗੇ ਉਹ, ਠੀਕ ਹੈ ਜੀ। ਅਤੇ ਬਾਕੀ ਜਿੰਨੇ ਵੀ ਆਪਣੇ ਇੰਡੀਆ ਲੈਵਲ ਦੇ, ਪੰਜਾਬ ਲੈਵਲ ਦੇ ਪੇਪਰ ਹੋਣੇ ਆ, ਸਭ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪਣੇ ਸਾਰੇ ਸੈਸ਼ਨ ਅਟੈਂਡ ਕਰਿਓ, ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹਦਾ ਮੁੱਖ ਦਫ਼ਤਰ ਕਿੱਥੇ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਇਹਦਾ ਵੀ ਕਿੱਥੇ ਆ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ ਜੀ। ਤਾਂ ਆਪਣੀ WHO ਦਾ ਵੀ ਜਨੇਵਾ ਦੇ ਵਿੱਚ ਹੈ, ਠੀਕ ਹੈ। ਤਾਂ ਇਹ ਤੁਸੀਂ ਨੋਟਸ ਬਣਾ ਲਓ ਜਿਹਦੇ ਜਨੇਵਾ ਦੇ ਵਿੱਚ ਨੇ। ਮੰਨ ਲਓ ਜਿਵੇਂ ਇਹਦਾ ਹੈਗਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ, ਤਾਂ ਤੁਸੀਂ ਇੱਕ ਪੇਜ ਦੇ ਉੱਤੇ ਲਿਖ ਲਓ ਕਿ ਜਿਹੜੇ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਕਾਹਦੇ ਕਾਹਦੇ ਦਫ਼ਤਰ ਨੇ, ਠੀਕ ਹੈ। ਤਾਂ WHO ਦਾ ਵੀ ਇੱਥੇ ਹੀ ਹੈ ਅਤੇ WTO ਦਾ ਵੀ ਇੱਥੇ ਹੀ ਹੈ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਐਸਟੈਬਲਿਸ਼ ਈਅਰ ਹੈ ਉਹ ਕਿਹੜਾ, 1995, ਠੀਕ ਹੈ ਜੀ। 1995 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਯੂਨੀਸੈਫ ਦਾ ਮੁੱਖ ਦਫ਼ਤਰ ਕਿੱਥੇ ਹੈ। ਵੇਅਰ ਇਜ਼ ਦੀ ਹੈੱਡਕੁਆਟਰ ਆਫ ਯੂਨਾਈਟਡ ਨੇਸ਼ਨਜ਼ ਚਿਲਡਰਨਜ਼ ਫੰਡ, ਬਹੁਤ ਇੰਪੋਰਟੈਂਟ ਸੰਸਥਾ ਹੈ ਆਪਣੀ, ਇਹਦੇ ਬਾਰੇ ਤੁਹਾਨੂੰ ਡਾਇਰੈਕਟ ਕੁਐਸਚਨ ਆ ਸਕਦਾ, ਠੀਕ ਹੈ। ਯੂਨਾਈਟਡ ਨੇਸ਼ਨਜ਼ ਚਿਲਡਰਨਜ਼ ਫੰਡ, ਯੂਨੀਸੈਫ ਇਹਨੂੰ ਆਪਾਂ ਕਹਿ ਦਿੰਦੇ ਹਾਂ। ਜਨੇਵਾ, ਨਿਊਯਾਰਕ, ਪੈਰਿਸ ਜਾਂ ਇਟਲੀ। ਤਾਂ ਇਹ ਜਿੰਨੇ ਵੀ ਮੈਂ ਤੁਹਾਨੂੰ ਕਵਰ ਕਰਵਾਊਂਗਾ ਇਹਦੇ ਵਿੱਚ ਸਾਰੇ ਹੈੱਡਕੁਆਟਰ ਤੁਸੀਂ ਇਹਨਾਂ ਦੇ ਯਾਦ ਕਰ ਲਿਓ ਅਤੇ ਇਹਨਾਂ ਦੇ ਇਸਟੈਬਲਿਸ਼ ਈਅਰ ਵੀ ਨਾਲ ਨਾਲ ਲਿਖ ਲਓ, ਠੀਕ ਹੈ। ਨੋਟਸ ਬਣਾ ਲਓ ਬੇਸ਼ੱਕ, ਤਾਂ ਇਹਨੂੰ ਵੀਡੀਓ ਨੂੰ ਵੀ 2-3 ਵਾਰੀ ਦੇਖ ਲਿਓ। ਇਹਨਾਂ ਦੇ ਵਿੱਚੋਂ ਤੁਹਾਨੂੰ ਪੱਕਾ ਹੀ ਕੁਐਸਚਨ ਆਉਣਾ ਹੀ ਆਉਣਾ ਹੈ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਇਹ ਸਾਰੇ ਪੇਪਰਾਂ ਲਈ ਹੀ ਇੰਪੋਰਟੈਂਟ ਹੈ। ਜਿੰਨੇ ਪੰਜਾਬ ਦੇ ਹੋਣੇ, ਇੰਡੀਆ ਲੈਵਲ ਦੇ ਹੋਣੇ ਆ, ਸਭ ਲਈ ਇੰਪੋਰਟੈਂਟ ਹੈ। ਇੱਥੋਂ ਕੁਐਸਚਨ ਪਿਕ ਕਰਨਾ ਹੀ ਕਰਨਾ, ਠੀਕ ਹੈ ਜੀ। ਕਿਉਂਕਿ ਇਹ ਆਪਾਂ ਤਰੀਕੇ ਨਾਲ ਆਪਾਂ ਇਹਨੂੰ ਯਾਦ ਨਹੀਂ ਕਰਦੇ, ਇਹਦੇ ਵਿੱਚੋਂ ਆਪਾਂ ਹਰ ਵਾਰ ਗਲਤ ਕਰਕੇ ਆਉਂਦੇ ਹਾਂ ਅਤੇ ਪੁੱਛਿਆ ਇਹ ਹਰ ਵਾਰ ਹੀ ਜਾਂਦਾ। ਤਾਂ ਮੈਂ ਉਹੋ ਜਿਹੇ ਟੌਪਿਕ ਹੀ ਤੁਹਾਡੇ ਅੱਗੇ ਰੱਖਣੇ ਆ ਜਿਹੜੇ ਵਾਰ-ਵਾਰ ਜਿੱਥੋਂ ਕੁਐਸਚਨ ਪੁੱਟ ਹੁੰਦਾ ਹੈਗਾ, ਠੀਕ ਹੈ ਜੀ। ਤਾਂ ਯੂਨੀਸੈਫ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਆਪਣਾ ਨਿਊਯਾਰਕ ਦੇ ਵਿੱਚ, USA ਅਮਰੀਕਾ ਦੇ ਵਿੱਚ ਹੈ। ਨਿਊਯਾਰਕ ਜਿਹੜਾ ਸ਼ਹਿਰ ਹੈ ਇਹਦਾ, ਉੱਥੇ ਇਹਦਾ ਦਫ਼ਤਰ, ਠੀਕ ਹੈ। ਕਿਹਦਾ, ਯੂਨੀਸੈਫ ਦਾ, ਯੂਨਾਈਟਡ ਨੇਸ਼ਨਜ਼ ਚਿਲਡਰਨਜ਼ ਫੰਡ, ਠੀਕ ਹੈ। ਯੂਨਾਈਟਡ ਨੇਸ਼ਨਜ਼ ਚਿਲਡਰਨਜ਼ ਫੰਡ, ਠੀਕ ਹੈ ਜੀ। ਕਿੱਥੇ ਹੈ, ਨਿਊਯਾਰਕ, USA ਦੇ ਵਿੱਚ, ਅਮਰੀਕਾ ਦੇ ਵਿੱਚ ਇਹਦਾ ਦਫ਼ਤਰ ਹੈ। ਇਸਟੈਬਲਿਸ਼ ਈਅਰ ਕਿੰਨਾ ਇਹਦਾ, 1946, ਠੀਕ ਹੈ ਜੀ। 1946 ਈਸਵੀ ਦੇ ਵਿੱਚ ਇਹਦੀ ਸਥਾਪਨਾ ਹੋਈ ਹੈ। ਇਸਟੈਬਲਿਸ਼ ਈਅਰ ਇਹਦਾ 1946 ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, UNDP ਦਾ ਮੁੱਖ ਦਫ਼ਤਰ ਕਿੱਥੇ ਹੈ। ਵੇਅਰ ਇਜ਼ ਦੀ ਹੈੱਡਕੁਆਟਰ ਆਫ ਯੂਨਾਈਟਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ, ਠੀਕ ਹੈ ਜੀ। UNDP ਬਹੁਤ ਇੰਪੋਰਟੈਂਟ ਸੰਸਥਾ ਹੈ। ਜਨੇਵਾ, ਨਿਊਯਾਰਕ, ਪੈਰਿਸ ਜਾਂ ਇਟਲੀ। ਤਾਂ ਜਿੰਨੀਆਂ ਵੀ ਮੈਂ ਤੁਹਾਨੂੰ ਕਵਰ ਕਰਵਾਈ ਜਾਂਦਾ ਇਹ ਸਾਰੀਆਂ ਇੰਪੋਰਟੈਂਟ ਸੰਸਥਾਵਾਂ ਨੇ, ਤੁਸੀਂ ਦੇਖੀ ਹੁਣ ਇਹਨਾਂ ਦੇ ਨਾਲ ਰਿਲੇਟਡ ਕੁਐਸਚਨ, ਠੀਕ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਲਿਓ। ਤਾਂ 4 ਤੁਹਾਡੇ ਕੋਲ ਆਪਸ਼ਨ ਨੇ, ਜਨੇਵਾ, ਨਿਊਯਾਰਕ, ਪੈਰਿਸ ਜਾਂ ਇਟਲੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਨਿਊਯਾਰਕ ਸਿਟੀ ਦੇ ਵਿੱਚ ਹੀ ਇਹਦਾ ਵੀ ਦਫ਼ਤਰ, ਨਿਊਯਾਰਕ ਸਿਟੀ USA ਦੇ ਵਿੱਚ। ਇਸਟੈਬਲਿਸ਼ ਈਅਰ ਇਹਦਾ ਕਿੰਨਾ, 1965 ਈਸਵੀ, ਠੀਕ ਹੈ। ਤਾਂ 1965 ਦੇ ਵਿੱਚ ਇਹਦੀ ਸਥਾਪਨਾ ਹੋਈ ਹੈ, ਨਿਊਯਾਰਕ ਸਿਟੀ USA, ਠੀਕ ਹੈ ਜੀ। ਤਾਂ ਜਿਹੜੇ USA ਦੇ ਵਿੱਚ ਨੇ, ਨਿਊਯਾਰਕ ਦੇ ਵਿੱਚ ਨੇ, ਉਹ ਤੁਸੀਂ ਅਲੱਗ ਲਿਖ ਲਓ। ਜਿਹੜੇ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਨੇ ਉਹ ਅਲੱਗ ਲਿਖ ਲਓ। ਜਿਹੜੇ ਇਟਲੀ ਦੇ ਵਿੱਚ ਨੇ ਉਹ ਅਲੱਗ ਲਿਖ ਲਓ, ਠੀਕ ਹੈ। ਇਸਟੈਬਲਿਸ਼ ਈਅਰ ਇਹਦਾ ਮਗਰ ਤੁਸੀਂ ਲਿਖੀ ਜਾਓ, ਠੀਕ ਹੈ। ਤਾਂ ਇਹਦੇ ਅਲੱਗ-ਅਲੱਗ ਤੁਸੀਂ ਪੁਆਇੰਟ ਬਣਾ ਕੇ ਯਾਦ ਕਰ ਸਕਦੇ ਹੋ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, IMF ਦਾ ਮੁੱਖ ਦਫ਼ਤਰ ਕਿੱਥੇ ਹੈ। ਵੇਅਰ ਇਜ਼ ਦੀ ਹੈੱਡਕੁਆਟਰ ਆਫ ਇੰਟਰਨੈਸ਼ਨਲ
ਮੋਨੇਟਰੀ ਫੰਡ IMF ਬਹੁਤ ਇੰਪੋਰਟੈਂਟ ਸੰਸਥਾ ਹੈ ਵੀ ਆਪਣੀ। IMF ਦਾ ਜਿਹੜਾ ਮੁੱਖ ਦਫ਼ਤਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਜਨੇਵਾ, ਨਿਊਯਾਰਕ, ਪੈਰਿਸ ਜਾਂ ਵਾਸ਼ਿੰਗਟਨ DC। ਜ਼ਿਆਦਾਤਰ ਜਨੇਵਾ ਦੇ ਵਿੱਚ ਦਫ਼ਤਰ ਬਹੁਤ ਨੇ, ਠੀਕ ਹੈ, ਇੱਕ ਨਿਊਯਾਰਕ ਦੇ ਵਿੱਚ ਨੇ, ਇੱਕ ਇਟਲੀ ਦੇ ਵਿੱਚ, ਹੈ ਨਾ। ਤਾਂ ਇਹ ਤੁਸੀਂ ਯਾਦ ਰੱਖਿਓ, ਅਲੱਗ ਅਲੱਗ ਇਹਨਾਂ ਦੇ ਪੁਆਇੰਟ ਬਣਾ ਲਓ, ਠੀਕ ਹੈ, ਉਹਨਾਂ ਦੇ ਅੱਗੇ ਲਿਖੀ ਜਾਓ। IMF ਦਾ ਮੁੱਖ ਦਫ਼ਤਰ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਹੋਊਗਾ। ਵਾਸ਼ਿੰਗਟਨ DC ਦੇ ਵਿੱਚ ਹੈ। ਇਹ ਕਿੱਥੇ? ਇਹ ਵੀ ਅਮਰੀਕਾ ਦੇ ਵਿੱਚ ਹੈ। ਇਹ ਵੀ ਅਮਰੀਕਾ ਦਾ ਇੱਕ ਸ਼ਹਿਰ ਹੈ, ਠੀਕ ਹੈ, ਟਾਊਨ ਹੈ ਵਾਸ਼ਿੰਗਟਨ DC, USA ਅਮਰੀਕਾ ਦੇ ਵਿੱਚ। ਅਤੇ ਕਦੋਂ ਸਥਾਪਨਾ ਹੋਈ ਇਹਦੀ? 1944 ਦੇ ਵਿੱਚ, ਠੀਕ ਹੈ। ਜ਼ਿਆਦਾਤਰ ਜਿਹੜੀ ਸਥਾਪਨਾ ਹੋਈ ਆਪਣੇ ਜਿਹੜਾ ਆਜ਼ਾਦੀ ਹੋਈ ਹੈ ਜਦੋਂ ਆਪਣੀ 1947, ਉਹਦੇ ਨੀਅਰ ਅਬਾਊਟ ਹੀ ਹੋਈ ਹੈ ਜ਼ਿਆਦਾਤਰ ਜਿਹੜੀਆਂ ਸੰਸਥਾਵਾਂ ਦੀ ਸਥਾਪਨਾ, ਹੈ ਨਾ। ਤਾਂ ਆਪਾਂ ਦੇਖ ਹੀ ਰਹੇ ਹਾਂ, ਕਿਸੇ ਦੀ 1945, ਕਿਸੇ ਦੀ 1946 ਦੇ ਵਿੱਚ ਹੈ, ਕਿਸੇ ਦੀ 1948 'ਚ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਆਪਣਾ WHO ਹੈ ਉਹਦੀ 1948 ਦੇ ਵਿੱਚ ਹੈ ਨਾ, ਉਹਦੀ 1 ਸਾਲ ਬਾਅਦ ਹੋਈ ਹੈ। ਤਾਂ ਐਵੇਂ ਜੇ ਯਾਦ ਤੁਸੀਂ ਕਰ ਸਕਦੇ ਹੋ, ਠੀਕ ਹੈ, ਆਪਣੀ ਆਜ਼ਾਦੀ ਨੂੰ ਮੁੱਖ ਰੱਖ ਕੇ। ਤਾਂ ਜਿਵੇਂ IMF ਹੈ ਇਹਦੀ 1944 ਦੇ ਵਿੱਚ, ਠੀਕ ਹੈ। ਤਾਂ ਮਤਲਬ ਇਹਦੇ ਨੀਅਰ ਅਬਾਊਟ ਜੇ ਇਹਨਾਂ ਦੀ ਸਥਾਪਨਾ ਹੋਈ ਹੈ, ਤੁਸੀਂ ਯਾਦ ਰੱਖਿਓ। ਬਸ ਐਵੇਂ ਇਹਨਾਂ ਦਾ ਇੱਕ ਤਰੀਕਾ ਹੁੰਦਾ ਯਾਦ ਕਰਨ ਦਾ, ਇੱਕ ਟ੍ਰਿਕ ਜੀ ਬਣਾ ਕੇ। ਤਾਂ ਵਾਸ਼ਿੰਗਟਨ DC USA ਦੇ ਵਿੱਚ ਹੈ ਇਹਦਾ ਦਫ਼ਤਰ IMF ਦਾ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ WIPO ਦਾ, ਵਿਪੋ ਜਿਹਨੂੰ ਆਪਾਂ ਕਹਿੰਦੇ ਹਾਂ, ਵਿਪੋ ਵੀ ਕਹਿ ਦਿੰਦੇ ਇਹਨੂੰ ਆਪਾਂ, ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ, ਇਹਦਾ ਫੁੱਲ ਫਾਰਮ ਵੀ ਇਹਦੀ ਯਾਦ ਰੱਖ ਲਓ, ਠੀਕ ਹੈ। ਕਈ ਵਾਰੀ ਤੁਹਾਨੂੰ ਫੁੱਲ ਫਾਰਮ ਪੁੱਛ ਲੈਂਦੇ ਨੇ ਕਿ ਇਹਦੀ ਫੁੱਲ ਫਾਰਮ ਦੱਸੋ ਕੀ ਹੈ, ਠੀਕ ਹੈ। ਤਾਂ ਉਹਨਾਂ ਨੇ ਕੁਐਸਚਨ ਨੂੰ ਮੋਲਡ ਕਰਕੇ ਪਾਉਣਾ, ਕਿਵੇਂ ਵੀ ਤੁਹਾਨੂੰ ਪੁੱਛ ਸਕਦੇ ਨੇ, ਠੀਕ ਹੈ। ਕੁਐਸਚਨ ਉਹੀ ਹੁੰਦਾ ਬਟ ਇੱਕ ਪੁੱਛਣ ਦਾ ਤਰੀਕਾ ਉਹਨਾਂ ਦਾ ਚੇਂਜ ਹੋ ਜਾਂਦਾ ਅਤੇ ਉੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਠੀਕ ਹੈ ਜੀ। ਤਾਂ ਇਹਦੀਆਂ ਫੁੱਲ ਫਾਰਮਸ ਵੀ ਨਾਲ ਨਾਲ ਯਾਦ ਰੱਖੋ, ਇਸਟੈਬਲਿਸ਼ ਈਅਰ ਯਾਦ ਰੱਖੋ ਅਤੇ ਹੈੱਡਕੁਆਟਰ ਯਾਦ ਰੱਖੋ, ਠੀਕ ਹੈ। ਤਾਂ ਵਿਪੋ ਦਾ ਜਿਹੜਾ ਆਪਣਾ ਹੈੱਡਕੁਆਟਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਵੇਅਰ ਇਜ਼ ਦੀ ਹੈੱਡਕੁਆਟਰ ਆਫ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਜ਼ਿਆਦਾਤਰ ਜਿਹੜੇ ਆਪਣੇ ਦਫ਼ਤਰ ਨੇ ਆਪਾਂ ਦੇਖ ਹੀ ਰਹੇ ਹਾਂ, ਇੱਕ ਤਾਂ ਨਿਊਯਾਰਕ USA ਦੇ ਵਿੱਚ, ਜਾਂ ਵਾਸ਼ਿੰਗਟਨ DC ਦੇ ਵਿੱਚ, ਜਾਂ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਆ ਰਹੇ ਨੇ, ਜਾਂ ਰੋਮ ਇਟਲੀ ਦੇ ਵਿੱਚ, ਠੀਕ ਹੈ। ਤਾਂ ਇੱਥੇ ਆਪਣੇ ਦਫ਼ਤਰ ਆ ਰਹੇ ਨੇ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਆਪਣੀ ਵਿਪੋ ਹੈ ਇਹਦਾ ਕਿੱਥੇ ਹੈਗਾ? ਜਨੇਵਾ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ। ਇਸਟੈਬਲਿਸ਼ ਈਅਰ ਕਿੰਨਾ ਇਹਦਾ? 1967 ਈਸਵੀ। 1967 ਈਸਵੀ ਦਾ ਜਿਹੜਾ ਉਹ ਹੈ ਆਪਣਾ ਇਸਟੈਬਲਿਸ਼ ਈਅਰ ਹੈ, ਸਥਾਪਨਾ ਦਿਵਸ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। WIPO ਦਾ, ਵਿਪੋ ਆਪਾਂ ਜਿਹਨੂੰ ਕਹਿੰਦੇ ਹਾਂ। ਤਾਂ ਇਹਨੂੰ ਯਾਦ ਕਰ ਲਿਓ ਚੰਗੇ ਤਰੀਕੇ ਨਾਲ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਰਲਡ ਬੈਂਕ ਦਾ ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਵਰਲਡ ਬੈਂਕ? ਜਨੇਵਾ, ਨਿਊਯਾਰਕ, ਪੈਰਿਸ ਜਾਂ ਵਾਸ਼ਿੰਗਟਨ DC। ਵਰਲਡ ਬੈਂਕ ਦਾ ਯਾਦ ਕਰ ਲਿਓ, ਬਹੁਤ ਵਾਰੀ ਪੁੱਛਿਆ ਗਿਆ ਇਹ। ਵਰਲਡ ਬੈਂਕ ਦਾ ਮੁੱਖ ਦਫ਼ਤਰ, ਬਹੁਤ ਇੰਪੋਰਟੈਂਟ ਸੰਸਥਾ ਇਹ ਵਰਲਡ ਬੈਂਕ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਵਾਸ਼ਿੰਗਟਨ DC ਹੈ, ਠੀਕ ਹੈ ਜੀ। USA ਅਮਰੀਕਾ ਦੇ ਵਿੱਚ ਇਹ ਟਾਊਨ ਵਾਸ਼ਿੰਗਟਨ DC। ਇਸਟੈਬਲਿਸ਼ ਈਅਰ ਕਿੰਨਾ? 1944 ਈਸਵੀ, ਠੀਕ ਹੈ। ਮੈਂ ਤੁਹਾਨੂੰ ਦੱਸੀ ਹੈ ਨਾ ਕਿ ਜਿਹੜੇ ਆਪਣੇ ਆਜ਼ਾਦੀ ਦਾ ਦਿਵਸ ਹੈ 1947, ਉਹਦੇ ਨੀਅਰ ਅਬਾਊਟ ਹੀ ਜ਼ਿਆਦਾਤਰ ਸਥਾਪਨਾ ਹੋਈ ਹੈ। ਜਿਵੇਂ ਵਰਲਡ ਬੈਂਕ ਦੀ 1944 ਦੇ ਵਿੱਚ ਹੋਈ ਹੈ, ਅਤੇ ਦਫ਼ਤਰ ਇਹਦਾ ਕਿੱਥੇ? ਵਾਸ਼ਿੰਗਟਨ DC USA ਦੇ ਵਿੱਚ, ਠੀਕ ਹੈ। ਤਾਂ ਵਰਲਡ ਬੈਂਕ ਦਾ ਹੈੱਡਕੁਆਟਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ICJ ਦਾ ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ICJ ਬਹੁਤ ਇੰਪੋਰਟੈਂਟ ਸੰਸਥਾ ਹੈ ਆਪਣੀ, ਠੀਕ ਹੈ। ਜਨੇਵਾ, ਨਿਊਯਾਰਕ, ਦੀ ਹੇਗ, ਵਾਸ਼ਿੰਗਟਨ DC। ICJ। ਤਾਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਇੱਕ ਇੱਕ ਕੁਐਸਚਨ, ਠੀਕ ਹੈ ਜੀ। ਇਹ ਸਾਰੇ ਕੁਐਸਚਨ ਰਿਪੀਟ ਹੋਏ ਕੁਐਸਚਨ ਨੇ, ਬਹੁਤ ਵਾਰੀ ਪੁੱਛੇ ਗਏ ਨੇ। ਤਾਂ ਇਹਨੂੰ ਚੰਗੇ ਤਰੀਕੇ ਨਾਲ ਤੁਸੀਂ ਕਵਰ ਕਰ ਲਿਓ, ਇਹਨਾਂ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਪੱਕਾ। ਤਾਂ ICJ ਦਾ ਮੁੱਖ ਦਫ਼ਤਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਹੈ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਦੀ ਹੇਗ, ਨੀਦਰਲੈਂਡ ਦੇ ਵਿੱਚ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਮੁੱਖ ਦਫ਼ਤਰ ਕਿੱਥੇ ਹੈ? ਦੀ ਹੇਗ ਦਾ, ਨੀਦਰਲੈਂਡ ਦੇ ਵਿੱਚ ਹੈ। ਇਸਟੈਬਲਿਸ਼ ਈਅਰ ਇਹਦਾ 1945 ਈਸਵੀ ਹੈ, ਠੀਕ ਹੈ। ਇਸਟੈਬਲਿਸ਼ ਈਅਰ ਇਹਦਾ ਕਿੰਨਾ? 1945। ਤਾਂ 1944, 45, 46 ਇੱਥੇ ਹੀ ਚੱਲ ਰਹੇ ਆ ਸਾਰੇ, ਹੈ ਨਾ। ਤਾਂ 1947 ਦੇ ਨੀਅਰ ਅਬਾਊਟ ਹੀ ਹੈ। ਤਾਂ ਆਪਸ਼ਨ ਦੇ ਵਿੱਚ ਤੁਸੀਂ ਇੰਨਾ ਕੁ ਆਈਡੀਆ ਤਾਂ ਲਗਾ ਸਕਦੇ ਹੋ, ਠੀਕ ਹੈ, ਕਿ 1947 ਦੇ ਨੀਅਰ ਅਬਾਊਟ ਹੀ ਇਹਦਾ ਆਨਸਰ ਆਊਗਾ। ਮਤਲਬ ਜ਼ਿਆਦਾਤਰ ਜਿਹੜੀਆਂ ਆਰਗੇਨਾਈਜੇਸ਼ਨ ਇੰਪੋਰਟੈਂਟ ਨੇ, ਠੀਕ ਹੈ। ਤਾਂ ICJ ਦਾ ਮੁੱਖ ਦਫ਼ਤਰ ਕਿੱਥੇ ਹੈਗਾ? ਦੀ ਹੇਗ, ਨੀਦਰਲੈਂਡ ਦੇ ਵਿੱਚ। ਅਤੇ ਇਸਟੈਬਲਿਸ਼ ਈਅਰ ਇਹਦਾ 1945। ਅਤੇ ਇਹਦੀ ਫੁੱਲ ਫਾਰਮ ਜ਼ਰੂਰ ਯਾਦ ਕਰ ਲਿਓ, ਕਈ ਵਾਰੀ ਸਿਰਫ ਫੁੱਲ ਫਾਰਮ ਹੀ ਪੁੱਛ ਲੈਂਦੇ ਨੇ ਓਨਲੀ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਠੀਕ ਹੈ ਜੀ। ICJ ਦਾ
ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਹੇਗ ਨੀਦਰਲੈਂਡ। ਇਸਟੈਬਲਿਸ਼ ਈਅਰ ਕਿੰਨਾ 1945 ਈਸਵੀ। ਠੀਕ ਹੈ ਜੀ, ਇਹਨੂੰ 2-3 ਵਾਰੀ ਰਿਵਾਈਜ਼ ਕਰ ਲਓ, ਰਿਵੀਜ਼ਨ ਨਾਲ ਯਾਦ ਹੋਣਗੇ ਤੁਹਾਡੇ। ਠੀਕ ਹੈ, ਅਗਲਾ ਜਿਹੜਾ ਆਪਣਾ ਕੁਐਸਚਨ ਹੈ ISO ਦਾ ਮੁੱਖ ਦਫ਼ਤਰ। ISO ਤੁਸੀਂ ਸੁਣਿਆ ਹੀ ਹੋਊਗਾ। ਤਾਂ ਵੇਅਰ ਇਜ਼ ਹੈਡਕੁਆਟਰ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ। ਠੀਕ ਹੈ, ਸਟੈਂਡਰਡਾਈਜੇਸ਼ਨ। ਤਾਂ ISO ਦਾ ਮੁੱਖ ਦਫ਼ਤਰ ਤੁਸੀਂ ਦੱਸਣਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ। ਠੀਕ ਹੈ ਜੀ, ਤਾਂ ਜਨੇਵਾ, ਨਿਊਯਾਰਕ, ਦੀ ਹੇਗ ਜਾਂ ਵਾਸ਼ਿੰਗਟਨ DC। ISO ਆਪਾਂ ਦੇਖਦੇ ਹਾਂ ISO ਪ੍ਰਮਾਣਿਤ ਹੈ ਨਾ। ਤਾਂ ISO ਵੀ ਬਹੁਤ ਇੰਪੋਰਟੈਂਟ ਸੰਸਥਾ ਆਪਣੀ। ਤਾਂ ਇਹਦਾ ਤੁਸੀਂ ਮੁੱਖ ਦਫ਼ਤਰ ਦੱਸਣਾ ਅਤੇ ਇਹਦੀ ਫੁੱਲ ਫਾਰਮ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ। ਠੀਕ ਹੈ ਜੀ, ਤਾਂ ਸਿਰਫ ਫੁੱਲ ਫਾਰਮ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ। ਠੀਕ ਹੈ ਜੀ, ਬਹੁਤ ਸੰਭਾਵਨਾਵਾਂ ਨੇ ਪੁੱਛਣ ਦੀਆਂ। ਤਾਂ ਕਿਸੇ ਵੀ ਸੰਸਥਾ ਦੀ ਤੁਹਾਨੂੰ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਤਾਂ ਇਹਦਾ ਜਿਹੜਾ ਮੁੱਖ ਦਫ਼ਤਰ ਹੈ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਜਨੇਵਾ ਦੇ ਵਿੱਚ। ਠੀਕ ਹੈ, ਜਨੇਵਾ ਸਵਿਟਜ਼ਰਲੈਂਡ, ਜ਼ਿਆਦਾਤਰ ਦਫ਼ਤਰ ਇੱਥੇ ਹੀ ਨੇ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ ISO ਦਾ। ਠੀਕ ਹੈ, ਤਾਂ ਆਪਣੀ ਜਿਹੜੀ WHO ਹੈ ਉਹਦਾ ਵੀ ਜਨੇਵਾ ਦੇ ਵਿੱਚ ਹੈ, ਅਤੇ ਉਹਦਾ ਐਸਟੈਬਲਿਸ਼ ਈਅਰ ਆਪਣੇ ਯਾਦ ਹੋ ਗਿਆ 1948। ਠੀਕ ਹੈ, ਇਹਦਾ ਕਿੰਨਾ 1947। ਠੀਕ ਹੈ, ਇਹਦਾ 1947 ਵੀ ਹੈ। ਜਿਹੜੀ ਆਪਣੀ ISO ਹੈ 1947 ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ। ਠੀਕ ਹੈ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਮੁੱਖ ਦਫ਼ਤਰ ਹੈ, ਇਹ ਤੁਸੀਂ ਯਾਦ ਰੱਖਿਓ। ਅਤੇ ਐਸਟੈਬਲਿਸ਼ ਈਅਰ ਤਾਂ ਤੁਹਾਡੇ ਆਸਾਨੀ ਨਾਲ ਹੀ ਯਾਦ ਹੋ ਗਿਆ। ਠੀਕ ਹੈ ਜੀ, ਤਾਂ ਸਾਰੇ ਇਹਦੇ ਨੀਅਰ ਅਬਾਊਟ ਹੀ ਨੇ ਜਿਹੜੇ ਇੰਪੋਰਟੈਂਟ ਸੰਸਥਾਵਾਂ ਨੇ ਆਪਣੀਆਂ। ਤਾਂ ਇਹ ਆਪਣੇ ਜਿਹੜੇ 10 ਕੁਐਸਚਨ ਨੇ, ਇਹਦੇ ਵਿੱਚ ਆਪਾਂ ਜਿੰਨੀਆਂ ਕਿ ਇੰਪੋਰਟੈਂਟ ਸੰਸਥਾਵਾਂ ਜਿਹੜੀਆਂ ਆਪਾਂ ਨੂੰ ਕਈ ਵਾਰੀ ਰਿਪੀਟ ਹੋਈਆਂ ਨੇ, ਅਤੇ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ। ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਇਸ ਤੋਂ ਬਾਅਦ ਮੈਂ 5 ਕੁਐਸਚਨ ਤੁਹਾਡੇ ਜਿਹੜੇ ਰੱਖੇ ਨੇ, ਉਹ ਰੱਖੇ ਨੇ ਤੁਹਾਡੇ ਰੈਵੋਲੂਸ਼ਨ ਦੇ ਉੱਤੇ। ਤਾਂ ਇਹ ਵੀ ਤੁਸੀਂ ਕਵਰ ਕਰ ਲਓ 5 ਦੇ 5। ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਡਾਇਰੈਕਟ ਮਿਲ ਸਕਦਾ। ਤਾਂ ਗੋਲ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ? ਰਾਊਂਡ ਰੈਵੋਲੂਸ਼ਨ ਇਜ਼ ਰਿਲੇਟਡ ਟੂ ਆਲੂ ਉਤਪਾਦਨ, ਮੱਛੀ ਉਤਪਾਦਨ, ਫਲ ਉਤਪਾਦਨ ਜਾਂ ਜੂਟ ਉਤਪਾਦਨ। ਤੁਸੀਂ ਦੇਖਿਆ ਹੋਊਗਾ ਕਿ ਇਹੋ ਜਿਹੇ ਕੁਐਸਚਨ ਬਹੁਤ ਆਉਂਦੇ ਨੇ ਪੇਪਰ ਦੇ ਵਿੱਚ। ਠੀਕ ਹੈ, ਇਹ ਆਪਾਂ ਨੂੰ ਡਾਇਰੈਕਟ ਪੁੱਛੇ ਜਾਂਦੇ ਨੇ, ਹੈਗੇ ਇਹ ਬਹੁਤ ਈਜ਼ੀ ਨੇ। ਠੀਕ ਹੈ, ਇਹਨਾਂ ਨੂੰ ਬਸ 1-2 ਵਾਰ ਤੁਸੀਂ ਪੜ੍ਹ ਲਿਆ, ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣਗੇ। ਬਟ ਇਹ ਪੁੱਛੇ ਬਹੁਤ ਜਾਂਦੇ ਨੇ ਪੇਪਰਾਂ ਦੇ ਵਿੱਚ, ਮੈਂ ਦੇਖੇ ਨੇ। ਤਾਂ ਜਿਹੜੀ ਗੋਲ ਕ੍ਰਾਂਤੀ ਹੈ ਇਹ ਕਿਸ ਨਾਲ ਸੰਬੰਧਿਤ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਆਲੂ ਉਤਪਾਦਨ, ਕਿਉਂਕਿ ਆਲੂ ਰਾਊਂਡ ਹੁੰਦਾ ਹੈਗਾ। ਤਾਂ ਰਾਊਂਡ ਰੈਵੋਲੂਸ਼ਨ ਜਿਹੜਾ ਆਊਗਾ ਆਪਣਾ, ਉਹ ਆਲੂ ਉਤਪਾਦਨ ਨਾਲ ਹੈ। ਠੀਕ ਹੈ, ਤਾਂ ਜਿਹੜੀ ਗੋਲ ਕ੍ਰਾਂਤੀ ਆਈ ਸੀ ਆਲੂ ਉਤਪਾਦਨ ਨਾਲ ਸੰਬੰਧ ਹੈ ਉਹਦਾ। ਠੀਕ ਹੈ ਜੀ, ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨੀਲੀ ਕ੍ਰਾਂਤੀ ਕਿਸ ਨਾਲ ਸੰਬੰਧ ਹੈ? ਬਲੂ ਰੈਵੋਲੂਸ਼ਨ ਇਜ਼ ਰਿਲੇਟਡ ਟੂ ਆਲੂ ਉਤਪਾਦਨ, ਮੱਛੀ ਉਤਪਾਦਨ, ਫਲ ਉਤਪਾਦਨ ਜਾਂ ਜੂਟ ਉਤਪਾਦਨ। ਵੈਸੇ ਤੁਸੀਂ ਪੜ੍ਹੇ ਹੋਣਗੇ ਇਹ, ਬਟ ਇੱਕ ਵਾਰੀ ਤੁਹਾਡੀ ਰਿਵੀਜ਼ਨ ਹੋ ਜੂ ਇਹਦੇ ਵਿੱਚ। ਠੀਕ ਹੈ ਜੀ, ਤਾਂ ਇਹ ਮੈਂ 4-5 ਕੁਐਸਚਨ ਉਹ ਮੈਂ ਐਡ ਕਰਤੇ ਕਿ ਤੁਹਾਡਾ ਫਾਇਦਾ ਹੋ ਸਕੇ। ਕਈ ਵਾਰੀ ਇੱਥੋਂ ਕੁਐਸਚਨ ਪੁੱਛਿਆ ਜਾਂਦਾ, ਕਈ ਵਾਰੀ ਕੀ ਬਹੁਤ ਵਾਰੀ ਪੁੱਛਿਆ ਗਿਆ ਇੱਥੋਂ ਕੁਐਸਚਨ। ਠੀਕ ਹੈ, ਪੇਪਰਾਂ ਦੇ ਵਿੱਚ। ਤਾਂ ਨੀਲੀ ਕ੍ਰਾਂਤੀ ਕਿਹਦੇ ਨਾਲ ਸੰਬੰਧਿਤ ਹੈ? ਆਲੂ ਉਤਪਾਦਨ, ਮੱਛੀ ਉਤਪਾਦਨ, ਫਲ ਉਤਪਾਦਨ ਜਾਂ ਜੂਟ। ਤਾਂ ਆਲੂ ਨਾਲ ਤਾਂ ਆਪਾਂ ਪੜ੍ਹ ਕੇ ਗਏ ਕਿ ਰਾਊਂਡ ਰੈਵੋਲੂਸ਼ਨ ਹੈ। ਠੀਕ ਹੈ ਜੀ, ਤਾਂ ਨੀਲੀ ਹੈ ਜਿਹੜੀ ਉਹ ਮੱਛੀ ਨਾਲ ਹੈ। ਤਾਂ ਇਹਦਾ ਆਨਸਰ ਨੰਬਰ 2 ਆਊਗਾ। ਮੱਛੀ ਉਤਪਾਦਨ ਜਦੋਂ ਆਪਾਂ ਕਰਦੇ ਹਾਂ ਉਹਨੂੰ, ਉਹ ਬਲੂ ਰੈਵੋਲੂਸ਼ਨ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੁਨਹਿਰੀ ਕ੍ਰਾਂਤੀ, ਗੋਲਡਨ ਰੈਵੋਲੂਸ਼ਨ। ਠੀਕ ਹੈ ਜੀ, ਤਾਂ ਇਹ 2 ਰੈਵੋਲੂਸ਼ਨ ਆਉਂਦੇ ਨੇ, ਇੱਕ ਤਾਂ ਗੋਲਡਨ, ਇੱਕ ਗੋਲਡਨ ਫਾਈਬਰ। ਠੀਕ ਹੈ, ਇਹਨਾਂ 'ਚ ਦੋਨਾਂ 'ਚ ਫਰਕ ਹੈ, ਬਟ ਆਪਾਂ ਇੱਥੇ ਉਲਝ ਜਾਂਦੇ ਹਾਂ ਕਈ ਵਾਰੀ ਇਹੋ ਜਿਹਾ ਕੁਐਸਚਨ ਆ ਜੇ। ਤਾਂ ਜਿਹੜੀ ਗੋਲਡਨ ਕ੍ਰਾਂਤੀ ਹੈ ਉਹ ਫਲਾਂ ਨਾਲ ਸੰਬੰਧਿਤ ਹੈ। ਠੀਕ ਹੈ, ਤਾਂ ਜਿਹੜੀ ਗੋਲਡਨ ਫਾਈਬਰ ਹੈ ਉਹ ਜੂਟ ਨਾਲ ਹੈ। ਠੀਕ ਹੈ, ਜੂਟ ਜਿਹੜਾ ਜਿਹਨੂੰ ਆਪਾਂ ਪਟਸਨ ਬੋਲਦੇ ਹਾਂ ਪੰਜਾਬੀ ਦੇ ਵਿੱਚ। ਠੀਕ ਹੈ, ਜਿਹਦੀਆਂ ਮਤਲਬ ਆਪਾਂ ਜਿਹਦੀਆਂ ਬੋਰੀਆਂ ਵਗੈਰਾ ਬਣਦੀਆਂ ਨੇ ਜੂਟ ਦੀਆਂ। ਠੀਕ ਹੈ, ਜੂਟ ਦਾ ਵੈਸੇ ਬਹੁਤ ਸਮਾਨ ਬਣਦਾ। ਤਾਂ ਜੂਟ ਜਿਹੜਾ ਬਰਾਊਨ ਜੇ ਕਲਰ ਦਾ, ਤਾਂ ਉਹਨੂੰ ਗੋਲਡਨ ਫਾਈਬਰ ਬੋਲਿਆ ਜਾਂਦਾ। ਠੀਕ ਹੈ, ਅਤੇ ਜਿਹੜੀ ਸਿਲਵਰ ਹੈਗੀ ਉਹ ਐਗ ਨਾਲ ਹੈ। ਜਦੋਂ ਆਪਾਂ ਆਂਡਾ ਉਤਪਾਦਨ ਕਰਦੇ ਹਾਂ ਉਹ ਸਿਲਵਰ ਰੈਵੋਲੂਸ਼ਨ ਹੈ। ਠੀਕ ਹੈ, ਸਿਲਵਰ ਰੈਵੋਲੂਸ਼ਨ ਕਿਹਦੇ ਨਾਲ ਸੰਬੰਧਿਤ ਹੈ? ਐਗ ਨਾਲ। ਗੋਲਡਨ ਫਾਈਬਰ ਜੂਟ ਨਾਲ। ਅਤੇ ਜੇ ਸਿਰਫ ਗੋਲਡਨ ਆ ਜੇ ਤਾਂ ਉਹ ਫਲਾਂ ਨਾਲ ਹੈ। ਠੀਕ ਹੈ ਜੀ, ਤਾਂ ਉਹ ਜਿੰਨੇ ਆਪਾਂ ਫਰੂਟਸ ਵਗੈਰਾ ਉਹਨਾਂ ਦਾ ਉਤਪਾਦਨ ਕਰਦੇ ਹਾਂ ਉਹਨੂੰ ਆਪਾਂ ਗੋਲਡਨ ਰੈਵੋਲੂਸ਼ਨ ਕਹਿੰਦੇ ਹਾਂ। ਅਤੇ ਜੇ ਗੋਲਡਨ ਫਾਈਬਰ ਆ ਜੇ ਤਾਂ ਜੂਟ ਆਊਗਾ, ਜੇ ਸਿਲਵਰ ਆ ਜੇ ਤਾਂ ਐਗ ਆਊਗਾ। ਇਹ ਤੁਸੀਂ ਯਾਦ ਰੱਖ ਲਿਓ। ਠੀਕ ਹੈ, ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਦੇਖਣ ਨੂੰ ਮਿਲ ਸਕਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਾਲੀ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ? ਇੱਥੇ ਬਲੈਕ ਆਉਣਾ ਸੀ, ਬਲੈਕ ਰੈਵੋਲੂਸ਼ਨ ਇਜ਼ ਰਿਲੇਟਡ ਟੂ। ਠੀਕ ਹੈ, ਕਾਲੀ ਕ੍ਰਾਂਤੀ ਕਿਹਦੇ ਨਾਲ ਸੰਬੰਧਿਤ ਹੈ? ਆਲੂ ਉਤਪਾਦਨ, ਮੱਛੀ ਉਤਪਾਦਨ, ਫਲ ਉਤਪਾਦਨ ਜਾਂ ਪੈਟਰੋਲੀਅਮ ਉਤਪਾਦਨ। ਕਾਲੀ ਕ੍ਰਾਂਤੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਪੈਟਰੋਲੀਅਮ। ਮਤਲਬ ਜਿੰਨੇ ਆਪਣੇ ਤੇਲ ਨੇ, ਡੀਜ਼ਲ, ਪੈਟਰੋਲ ਵਗੈਰਾ, ਤਾਂ ਇਹ ਪੈਟਰੋਲੀਅਮ ਨਾਲ ਸੰਬੰਧਿਤ ਹੈ ਜਿਹੜੀ ਆਪਣੀ ਕਾਲੀ ਕ੍ਰਾਂਤੀ ਹੈ, ਬਲੈਕ ਰੈਵੋਲੂਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ, ਤੁਸੀਂ ਯਾਦ ਰੱਖਿਓ। ਤਾਂ ਇਹ ਸਾਰੇ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਜਿਓ, ਕਿਉਂਕਿ ਇਹਨਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਅਤੇ ਪੱਕਾ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲੂਗਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਇਹ ਹੈ ਚਿੱਟੀ ਕ੍ਰਾਂਤੀ, ਵਾਈਟ ਰੈਵੋਲੂਸ਼ਨ। ਇਹ ਸਭ ਨੂੰ ਪਤਾ ਹੀ ਹੁੰਦਾ। ਠੀਕ ਹੈ, ਦੁੱਧ ਉਤਪਾਦਨ ਨਾਲ ਇਹ ਵਾਈਟ ਰੈਵੋਲੂਸ਼ਨ ਕਿਹਦੇ ਨਾਲ ਸੰਬੰਧਿਤ ਹੈ? ਦੁੱਧ ਉਤਪਾਦਨ ਨਾਲ। ਠੀਕ ਹੈ, ਇਹਦਾ ਆਨਸਰ ਨੰਬਰ 1 ਆਊਗਾ
ਇੱਕ ਤੁਹਾਨੂੰ ਹੋਰ ਪੁੱਛ ਲਿਆ ਜਾਂਦਾ ਆਪਰੇਸ਼ਨ ਫਲੱਡ ਪੁੱਛ ਲਿਆ ਜਾਂਦਾ ਕਿ ਆਪਰੇਸ਼ਨ ਫਲੱਡ ਕਾਹਦੇ ਨਾਲ ਸੰਬੰਧਿਤ ਹੈ, ਠੀਕ ਹੈ। ਉੱਥੇ ਤੁਹਾਨੂੰ ਆਪਸ਼ਨ ਦੇ ਵਿੱਚ ਇਹੋ ਜਿਹਾ ਕੁਛ ਰੱਖਦੇ ਨੇ ਉਹ ਕਿ ਜਿਵੇਂ ਫਲੱਡ ਆਉਣ ਨਾਲ ਸੰਬੰਧ ਹੈ ਨਾ, ਤਾਂ ਉਹ ਆਪਾਂ ਉੱਥੇ ਉਲਝ ਜਾਂਦੇ ਹਾਂ। ਤਾਂ ਜਿਹੜਾ ਆਪਰੇਸ਼ਨ ਫਲੱਡ ਹੈ ਉਹ ਵੀ ਆਪਣਾ ਦੁੱਧ ਦੇ ਨਾਲ ਸੰਬੰਧ ਹੈ, ਠੀਕ ਹੈ। ਤਾਂ ਉਹ ਵੀ ਦੁੱਧ ਉਤਪਾਦਨ ਦੇ ਨਾਲ ਸੰਬੰਧ ਹੈ, ਮਿਲਕ ਪ੍ਰੋਡਕਸ਼ਨ ਦੇ ਨਾਲ, ਜਿਹੜੀ ਆਪਣਾ ਆਪਰੇਸ਼ਨ ਫਲੱਡ ਹੈ। ਅਤੇ ਜਿਹੜੀ ਰੈੱਡ ਰੈਵੋਲੂਸ਼ਨ ਹੈ ਉਹ ਟਮੈਟੋ ਅਤੇ ਮੀਟ ਦਾ ਪ੍ਰੋਡਕਸ਼ਨ, ਠੀਕ ਹੈ, ਟਮਾਟਰਾਂ ਦੀ ਅਤੇ ਮੀਟ ਦੀ, ਮਤਲਬ ਜੇ ਆਪਾਂ ਉਤਪਾਦਕਤਾ ਕਰਦੇ ਹਾਂ ਤਾਂ ਉਹ ਹੈ ਰੈੱਡ ਰੈਵੋਲੂਸ਼ਨ। ਅਤੇ ਜਿਹੜਾ ਆਪਣਾ ਯੈਲੋ ਹੈ ਉਹ ਹੈ ਆਇਲ ਸੀਡਸ ਨੇ, ਜਿਹੜੇ ਸੀਡਸ ਦੇ ਵਿੱਚੋਂ ਤੇਲ ਨਿਕਲਦਾ, ਠੀਕ ਹੈ, ਜਿਵੇਂ ਸਰੋਂ ਹੋ ਗਈ ਹੈ ਨਾ, ਤਾਂ ਉਹ ਯੈਲੋ ਰੈਵੋਲੂਸ਼ਨ ਦੇ ਵਿੱਚ ਆਉਂਦੇ ਨੇ। ਤਾਂ ਇਹ ਤੁਸੀਂ ਸਾਰੇ ਰੈਵੋਲੂਸ਼ਨ ਚੰਗੀ ਤਰ੍ਹਾਂ ਯਾਦ ਕਰ ਲਿਓ। ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਕੁ ਇੰਪੋਰਟੈਂਟ ਮਤਲਬ ਜਿਹੜਾ ਸਾਰਾ ਕੰਟੈਂਟ ਦੇ ਦਿੱਤਾ, ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਪੱਕਾ ਮਿਲੂਗਾ। ਤਾਂ ਇਹਨੂੰ ਰਿਵਾਈਜ਼ ਕਰ ਲਿਓ 2-3 ਵਾਰੀ, ਠੀਕ ਹੈ, ਤੁਹਾਡਾ ਬਹੁਤ ਫਾਇਦਾ ਹੋਊਗਾ। ਨੋਟਸ ਆਪਣੇ ਖੁਦ ਬਣਾਓ, ਜੇ ਖੁਦ ਬਣਾਓਗੇ ਤਾਂ ਤੁਹਾਡਾ ਬਹੁਤ ਫਾਇਦਾ ਹੋਊਗਾ, ਠੀਕ ਹੈ ਜੀ। ਤਾਂ ਜੇਕਰ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ, ਜਿਹੜਾ ਤੁਹਾਡੇ ਪੇਪਰਾਂ ਨੂੰ ਮੁੱਖ ਰੱਖ ਕੇ ਸਿਰਫ ਤੁਹਾਡੇ ਪੇਪਰਾਂ ਦੇ ਵਿੱਚ ਪੁੱਛੇ ਜਾਣ ਵਾਲੀਆਂ ਚੀਜ਼ਾਂ ਹੀ ਤੁਹਾਨੂੰ ਕਵਰ ਕਰਵਾਈਆਂ ਜਾਣਗੀਆਂ, ਫਾਲਤੂ ਕੰਟੈਂਟ ਤੁਹਾਨੂੰ ਨਹੀਂ ਪੜ੍ਹਾਇਆ ਜਾਊਗਾ, ਠੀਕ ਹੈ ਜੀ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨੋਟਸ ਵਗੈਰਾ ਸਭ, ਚੈਨਲ ਵਗੈਰਾ ਵੀ ਆਪਾਂ ਇੱਥੇ ਆਪਣਾ ਬਣਾਵਾਂਗੇ ਟੈਲੀਗ੍ਰਾਮ ਦੇ ਉੱਤੇ, ਠੀਕ ਹੈ। ਸਭ ਕੁਛ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਊਗਾ, ਬਸ ਬਣੇ ਰਹੋ, ਠੀਕ ਹੈ। ਕੰਮ ਚੱਲ ਰਿਹਾ ਸਾਰਾ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ, ਸਾਨੂੰ ਕੰਮ ਕਰਨ ਦਾ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।